ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਮ ਸਨਮਾਨਯੋਗ ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ ਵਾਲੀਆ ਕੁਲ ਆਲਮ ਗਰੀਬ ਨਵਾਜ ਸ਼ਬਦ ਗੁਰੂ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਤਖਤ ਤੇ ਬਿਰਾਜਮਾਨ ਦਸੋ ਪਾਤਸ਼ਾਹੀਆਂ ਦੀ ਜਗ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਜੋ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ, ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਧ ਸੰਗਤ ਬਿਨਾ ਭਾਉਰੀ ਉਪਜਾਏ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਪੈਜ ਰੱਖ ਰਾਜਾ ਰਾਮ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਪੰਜਵਾ। ਨਿਮਕ ਕਾਮ ਸਵਾਦ ਕਾਰਣੇ, ਕੋਟ ਦਿਨ ਸਦੁਖ ਪਾਵਾਏ। ਘਰੀ ਮੋਹ ਤਰੰਗ ਮਾਨ ਹੈ, ਬਹੁਰ ਬਹੁਰ ਪਛਤਾਵਾਏ। ਅੰਧੇ ਚੇਤ ਹਰ ਹਰ ਰਾਇਆ, ਤੇਰਾ ਸੋ ਦਿਨ ਨੇੜੇ ਆਇਆ।
ਰਹਾਉ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਸ਼ਬਦ ਜਿਨ੍ਹਾਂ ਤੋਂ ਅੱਜ ਦੀ ਇਸ ਪਾਵਨ ਵਿਚਾਰ ਨੂੰ ਪ੍ਰਾਰੰਭ ਕਰਨਾ ਹੈ, ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਆਚਾਰਨ ਹੋਏ ਇਹ ਪਾਵਨ ਸ਼ਬਦ ਰਾਗ ਆਸਾ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਕੱਦਸ ਅੰਗ 403 ਦੇ ਉੱਪਰ ਸਭਾਏਮਾਨ ਹਨ। ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਸਤਿਗੁਰੂ ਜੀ ਸਮਝਾ ਰਹੇ ਨੇ। ਸਤਿਗੁਰੂ ਕਹਿਣ ਲੱਗੇ ਕਿ ਨਿਮਖ ਕਾਮ ਸਵਾਦ ਕਾਰਨੇ ਕੋਟ ਦਿਨਸ ਦੁੱਖ ਪਾਵੇਂ, ਘਰੀ ਮੋਹ ਰੰਗ ਮਾਲੇ ਫਿਰ ਬੌਰ ਬੌਰ ਪੁਛਤਾਵੇਂ, ਅੰਧੇ ਚੇਤ ਹਰ ਹਰ ਰਾਇਆ। ਕਹਿੰਦੇ ਹੈ ਵਕਾਰੀ ਮਨੁੱਖ, ਇਹ ਕਾਮ ਵਾਸ਼ਨਾ ਦੇ ਵਿੱਚ ਅੰਨੇ ਹੋਏ ਜੀਵ ਇਹ ਵਕਾਰਾਂ ਵਾਲਾ ਰਾਹ ਛੱਡ। ਸਤਿਗੁਰੂ ਨੇ ਕਿਰਪਾ ਕੀਤੀ ਤੇ ਸਮਝਾਉਣਾ ਕੀਤਾ ਵੀ ਆਹ ਜਿਹੜਾ ਵਕਾਰਾਂ ਵਾਲਾ ਤੇਰਾ ਰਸਤਾ ਹੈ, ਇਹ ਵਕਾਰਾਂ ਵਾਲਾ ਰਾਹ, ਇਹਨੂੰ ਛੱਡਣਾ ਕਰ ਤੇ ਚੇਤ ਹਰ ਹਰ ਰਾਇਆ। ਉਸ ਅਕਾਲ ਪੁਰਖ ਪਰਮਾਤਮਾ ਨੂੰ, ਉਹਨੂੰ ਆਪਣੇ ਚੇਤੇ ਵਿੱਚ ਕਰ, ਭਾਵ ਕੇ ਉਹਦਾ ਸਿਮਰਨ ਕਰਨਾ ਕਰ। ਤੇ ਨਾਲ ਸਤਿਗੁਰੂ ਨੇ ਸੁਚੇਤ ਕੀਤਾ ਕਿ 1300 ਦਿਨ ਨੇੜੇ ਆਇਆ। 1300 ਦਿਨ, ਉਹ ਦਿਨ, ਉਹ ਮੌਤ ਵਾਲਾ ਦਿਨ ਜਿਹੜਾ ਕਹਿੰਦੇ ਜਿਸ ਵੇਲੇ ਤੂੰ ਇੱਥੋਂ ਕੂਚ ਕਰਨਾ, ਇਸ ਮਾਤ ਲੋਕ ਤੋਂ ਜਾਣਾ, ਉਹ ਦਿਨ ਕੋਈ ਬਹੁਤਾ ਦੂਰ ਨਹੀਂ ਹੈ। ਤੇਰਾ ਉਹ ਦਿਨ ਨੇੜੇ ਆ ਰਿਹਾ ਹੈ। ਭਵਰ ਗਏ ਬੱਗ ਬੈਠੇ ਆਏ। ਆ ਜਿਹੜੇ ਤੇਰੇ ਭਵਰ ਭਾਵ ਕੇ ਕਾਲੇ ਵਾਲ ਸਨ, ਉਹ ਚਿੱਟੇ ਹੋ ਗਏ। ਤੇ ਸਾਰੇ ਸਭ ਤੋਂ ਪਹਿਲਾਂ ਕੰਨਾਂ ਦੇ ਕੋਲ ਵਾਲ ਜਿਹੜੇ ਨੇ, ਕੇਸ ਜਿਹੜੇ ਨੇ ਚਿੱਟੇ ਹੁੰਦੇ ਨੇ। ਤੇ ਮਹਾਂਪੁਰਸ਼ ਕਹਿੰਦੇ ਨੇ ਭਾਈ, ਇਹ ਵਾਲ ਤਾਂ ਕੰਨਾਂ ਕੋਲੇ ਚਿੱਟੇ ਹੁੰਦੇ ਆ ਪਹਿਲਾਂ ਕਿ ਸੁਚੇਤ ਕਰਦੇ ਬੰਦੇ ਨੂੰ, ਸੁਨੇਹਾ ਦਿੰਦੇ ਨੇ, ਕੰਨ ਵਿੱਚ ਸਮਝਾਉਣਾ ਕਰਦੇ ਨੇ ਵੀ ਭਲਿਆ ਹੁਣ ਵਕਾਰੀ ਰਾਹ ਛੱਡ ਦੇ, ਹੁਣ ਫਿਰ ਅੱਗਾ ਨੇੜੇ ਆ ਗਿਆ, ਪਿੱਛਾ ਦੂਰ ਰਹਿ ਗਿਆ। ਉਹ ਦਿਨ ਨੇੜੇ ਆ ਗਿਆ ਮੌਤ ਵਾਲਾ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਜਿਹੜਾ ਜਿਹੜਾ ਦਿਨ ਬਤੀਤ ਹੋ ਰਿਹਾ ਹੈ, ਬਸ ਉਹ ਸਭ ਸੇ ਘਟੇ ਆਰਜਾ। ਸੂਰ ਜਿਹੜਾ ਚੜਿਆ, ਵਜੋਗ ਦਾ ਚੜਿਆ, ਸੂਰ ਚੜੇ ਵਜੋਗ, ਸਭ ਸੇ ਘਟੇ ਆਰਜਾ। ਜੋ ਦਿਨ ਆਵੀ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਇੱਥੋਂ ਤੈਨੂੰ ਕੂਚ ਕਰਨਾ ਪਵੇਗਾ, ਜਾਣਾ ਪਵੇਗਾ, ਉਹ ਦਿਨ ਤੇਰਾ ਨੇੜੇ ਆ ਰਿਹਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਤੂੰ ਵਕਾਰੀ ਜੀਵਨ ਛੱਡ, ਉਸ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰੀ।
ਅੱਗੇ ਸਤਿਗੁਰੂ ਨੇ ਸੁਚੇਤ ਕੀਤਾ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇਂ, ਘਰੀ ਮੋਹਤ ਰੰਗ ਮਾਣੇ ਫਿਰ ਬਹੁਰ ਬਹੁਰ ਪਛਤਾਵੇਂ। ਕਹਿੰਦੇ ਹੈ ਅਗਿਆਨੀ ਜੀਵ, ਹੈ ਅੰਨੇ ਜੀਵ, ਥੋੜ੍ਹਾ ਜਿਤਾ ਸਮਨ ਸਮਾਂ ਹੈ, ਕੁਛ ਸਮੇਂ ਦੇ ਲਈ ਤੂੰ ਵਿਕਾਰਾਂ ਵਿੱਚ ਰੁੱਝ ਜਾਂਦਾ ਹੈ ਔਰ ਉਸ ਵਿਕਾਰਾਂ ਦੀ ਕਾਮ ਵਾਸ਼ਨਾ ਦੇ ਸਵਾਦ ਦੀ ਖਾਤਰ ਕੁਛ ਸਮੇਂ ਦੇ ਲਈ ਉਹ ਕਾਮ ਵਾਸ਼ਨਾ ਦਾ ਸਵਾਦ ਹੈ ਅਤੇ ਉਸ ਸਵਾਦ ਦੀ ਖਾਤਰ ਫਿਰ ਤੂੰ ਕੋਟ ਕਰੋੜਾਂ, ਸਤਿਗੁਰੂ ਕਹਿੰਦੇ ਫਿਰ ਤੂੰ ਕਰੋੜਾਂ ਦਿਨ ਜਿਹੜੇ ਆ ਨਾ ਉਹ ਦੁੱਖ ਸਹਾਰਦਾ ਹੈ। ਸਮਝਿਓ ਕਿਵੇਂ। ਸਤਿਗੁਰੂ ਨੇ ਸਾਨੂੰ ਰਹਿਤ ਮਰਿਆਦਾ ਦਿੱਤੀ ਔਰ ਉਸ ਰਹਿਤ ਮਰਿਆਦਾ ਦੇ ਵਿੱਚ ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਪਰ ਇਸਤਰੀ ਗਮਨ ਇਹਦੇ ਤੋਂ ਬਚਾਉਣਾ ਕੀਤਾ ਕਿ ਭਾਈ ਇਹਦੇ ਤੋਂ ਸਿੱਖ ਸੁਚੇਤ ਹੋਵੇ। ਇਹ ਸਾਰੀ ਜਿਹੜੀ ਮਰਿਆਦਾ ਕਿੱਥੋਂ ਲਈ ਗਈ? ਗੁਰਬਾਣੀ ਚੋਂ। ਸਤਿਗੁਰੂ ਨੇ ਜੋ ਸਾਨੂੰ ਮਰਿਆਦਾ ਗੁਰਬਾਣੀ ਦੇ ਅੰਦਰ ਸਮਝਾਈ, ਸਤਿਗੁਰਾਂ ਨੇ ਉਹ ਸਾਡੇ ਜੀਵਨ ਵਿੱਚ ਸਾਨੂੰ ਮਰਿਆਦਾ ਬਣਾ ਕੇ ਦੇ ਦਿੱਤੀ, ਰਹਿਤ ਮਰਿਆਦਾ ਬਣਾ ਦਿੱਤੀ। ਹੁਣ ਇੱਥੇ ਸਤਿਗੁਰੂ ਉਹੀ ਸਾਨੂੰ ਸਮਝਾਉਂਦੇ ਨੇ, ਕਾਮ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇਂ, ਘਰੀ ਮੋਹਤ ਰੰਗ ਮਾਣੇ ਫਿਰ ਬੌਰ ਬੌਰ ਪਛਤਾਵੇਂ। ਇਹ ਕਾਮ ਵਾਸ਼ਨਾ ਵਿੱਚ ਅੰਨੇ ਹੋਏ ਜੀਵ ਥੋੜ੍ਹਾ ਜਿਤਨਾ ਸਮਾਂ ਕਾਮ ਵਾਸ਼ਨਾ ਦੇ ਸਵਾਦ ਦੀ ਖਾਤਰ ਫਿਰ ਤੂੰ ਕਰੋੜਾਂ ਹੀ ਦਿਨ ਦੁੱਖ ਸਹਾਰਦਾ ਹੈ। ਭਾਵ ਕਿ ਵਿਕਾਰਾਂ ਵਿੱਚ ਡਿੱਗ ਕੇ ਪ੍ਰਮਾਤਮਾ ਨੂੰ ਭੁੱਲ ਗਿਓ, ਉਸ ਤੋਂ ਬਾਅਦ ਫਿਰ ਤੂੰ ਜਨਮ ਤੇ ਮਰਨ ਦੇ ਗੇੜ ਵਿੱਚ ਭਾਵੇਂ ਪੈਂਦਾ ਹੈ। ਇਸ ਕਰਕੇ ਫਿਰ ਕਰੋੜਾਂ ਹੀ ਦਿਨ ਜਿਹੜੇ ਤੇਰੇ ਨੇ ਤੂੰ ਦੁੱਖ ਸਹਾਰਦਾ ਹੈ। ਫਿਰ ਟੇਢੀਆਂ ਤੇ ਮੇਢੀਆਂ ਜੂਨਾਂ ਵਿੱਚ ਪੈ ਕੇ ਕਰੋੜਾਂ ਹੀ ਦਿਨ ਤੇਰੇ ਜਿਹੜੇ ਦੁਖਦਾਇਕ ਲੰਘਦੇ ਨੇ, ਕਰੋੜਾਂ ਹੀ ਦਿਨ ਤੂੰ ਦੁੱਖ ਸਹਾਰਦਾ ਹੈ। ਅਤੇ ਅੱਗੇ ਸਤਿਗੁਰੂ ਦੇ ਘਰੀ ਮੋਹਤ ਰੰਗ ਮਾਣੇ, ਘਰੀ ਮੋਹਤ ਰੰਗ ਮਾਣੇ ਫਿਰ ਬਹੁਰ ਬਹੁਰ ਪਛਤਾਵੇਂ। ਤੂੰ ਘੜੀ ਤੇ 2 ਘੜੀਆਂ ਮੌਜਾਂ ਮਾਣਦਾ, ਉਸ ਤੋਂ ਪਿੱਛੋਂ ਫਿਰ ਤੇਰੇ ਕੋਲੋਂ ਪਛਤਾਉਣਾ ਹੀ ਪੈਂਦਾ। ਫਿਰ ਮੁੜ ਮੁੜ ਕੇ ਪਛਤਾਉਣਾ ਹੈ ਤੂੰ। ਫਿਰ ਜਦੋਂ ਜਮਾਂ ਦੀ ਮਾਰ ਪੈਂਦੀ ਆ ਨਾ, ਫਿਰ ਤੈਨੂੰ ਪਛਤਾਵਾ ਹੁੰਦਾ ਹੈ। ਜਦੋਂ ਮੰਦ ਕਰਮਾਂ ਕਰਕੇ ਟੇਢੀਆਂ ਮੇਢੀਆਂ ਜੂਨਾਂ ਵਿੱਚ ਪੈਣਾ, ਫਿਰ ਤੈਨੂੰ ਪਛਤਾਵਾ ਹੁੰਦਾ ਹੈ। ਸਤਿਗੁਰੂ ਕਹਿੰਦੇ ਘੜੀ 2 ਘੜੀਆਂ ਦੀ ਮੌਜਾਂ ਮਾਣਦਾ, ਉਸ ਤੋਂ ਬਾਅਦ ਫਿਰ ਤੈਨੂੰ ਮੁੜ ਕੇ ਪਛਤਾਉਣਾ ਪੈਂਦਾ ਹੈ। ਅੱਗੇ ਸਤਿਗੁਰੂ ਨੇ ਸੁਚੇਤ ਕੀਤਾ, ਕਹਿੰਦੇ ਦੇਖ ਪਲਕ ਦ੍ਰਿਸ਼ਟ ਦੇਖ ਭੁੱਲੋ, ਆਕ नीम को तुमर, जैसा संग बिसियर स्यों है रे, तैसो ही ਇਹ ਪਰ ਗ੍ਰਹਿ। ਕਹਿੰਦੇ ਵੇਖ ਕਾਮ ਵਾਸ਼ਨਾ ਵਿੱਚ ਅੰਨੇ ਹੋਏ ਜੀਵ ਹੈ ਮਨੁੱਖ, ਅੱਕ ਤੇ ਨਿੰਮ ਵਰਗਾ ਕੌੜਾ, ਪਲਕ ਦ੍ਰਿਸ਼ਟ ਦੇਖ ਭੁੱਲੋ, ਆਕ ਅੱਕ ਨੀਮ ਨਿੰਮ ਤੁਮਰ ਤੁੰਬਾ, ਆ ਤੁੰਮੇ ਜਿਹੜੇ ਹੁੰਦੇ ਆ, ਇਹ ਤਿੰਨੇ ਚੀਜ਼ਾਂ ਕੌੜੀਆਂ ਨਾ ਬਹੁਤ। ਅੱਕ ਕੌੜਾ, ਨਿੰਮ ਕੌੜੀ, ਤੁੰਮਾ ਕੌੜਾ ਹੈ। ਪਰ ਸਤਿਗੁਰੂ ਕੀ ਸਮਝਾਉਂਦੇ? ਕਹਿੰਦੇ ਇਹ ਅੰਨੇ ਮਨੁੱਖ ਆ ਅੱਕ ਤੇ ਨਿੰਮ ਵਰਗੇ ਕੌੜੇ ਤੁੰਮੇ ਨੂੰ ਜੋ ਵੇਖਣ ਨੂੰ ਬੜਾ ਸੋਹਣਾ ਜਾਪਦਾ ਹੈ। ਹੁਣ ਤੁੰਮਾ ਵੇਖਣ ਨੂੰ ਬੜਾ ਸੋਹਣਾ ਲੱਗਦਾ ਨਾ ਉੱਤੋਂ ਤਾਂ, ਪਰ ਅੰਦਰ ਤਾਂ ਉਹਦੇ ਕੜਤਣ ਭਰੀ ਹੈ ਨਾ। ਕਹਿੰਦੇ ਥੋੜ੍ਹੇ ਜਿਤਨੇ ਸਮੇਂ ਲਈ ਵੇਖ ਤੂੰ ਭੁੱਲ ਗਿਆ, ਸਮਝੋ ਜੀ। ਕਹਿੰਦੇ ਭਾਈ ਆ ਪਰਾਇਆ ਰੂਪ ਪਰਾਇਆ ਧਨ, ਪਰ ਇਸਤਰੀ ਇਹਨੂੰ ਵੇਖ ਕੇ ਤੂੰ ਭੁੱਲ ਗਿਆ। ਤੈਨੂੰ ਸਿਰਫ ਕੇਵਲ ਤੂੰ ਰੂਪ ਦੇਖਿਆ, ਸੁਹੱਪਣ ਦੇਖਿਆ, ਅਤੇ ਤੂੰ ਫਿਰ ਇਹ ਭੁੱਲ ਗਿਆ। ਹੁਣ ਇਸ ਵੇਖਣ ਨੂੰ ਸੋਹਣਾ ਲੱਗਿਆ ਜਿਵੇਂ ਤੁੰਮਾ, ਪਰ ਅੰਦਰ ਉਹਦੇ ਜ਼ਹਿਰ ਕੁੜਤਣ
ਇਸੇ ਤਰ੍ਹਾਂ ਤੂੰ ਇਹ ਪਰਾਇਆ ਰੂਪ ਵੇਖ ਕੇ ਥੋੜ੍ਹੇ ਸਮੇਂ ਲਈ ਵੇਖ ਕੇ ਗਿਆ ਭੁੱਲ, ਪਰ ਅੱਗੇ ਸਤਿਗੁਰੂ ਦੇ ਨੇ ਇਹ ਗੱਲ ਚੇਤੇ ਰੱਖੀ, ਪਰਾਈ ਇਸਤਰੀ ਦਾ ਸੰਗ। ਪਰ ਇਸਤਰੀ ਸੰਗ ਕਹਿੰਦੇ ਪਤਾ ਕਿਵੇਂ ਹੈ, ਉਹ ਐਂ ਆ ਜਿਵੇਂ ਸੱਪ ਦੇ ਨਾਲ ਤੇਰਾ ਸਾਥ ਹੋਵੇ। ਸੁਣਿਓ, ਜੈਸਾ ਸੰਗ ਵਿਸ਼ੀਹਰ ਸਿਉ ਹੈ ਰੇ, ਵਿਸ਼ੀਹਰ ਨਾਗ ਸੱਪ, ਤੈਸੋ ਹੀਏ ਪਰ ਗ੍ਰਹਿ ਪਰ ਰੂਪ। ਪਰ ਇਸਤਰੀ ਕਹਿੰਦੇ ਇਸ ਤਰ੍ਹਾਂ ਦਾ ਤੇਰਾ ਸਾਥ ਹੈ ਜਿਵੇਂ ਸੱਪ ਨਾਲ ਤੇਰਾ ਸਾਥ ਹੋਵੇ। ਹੁਣ ਸੱਪ ਨਾਲ ਕਿਉਂ ਤਰਜੀਹ ਦਿੱਤੀ ਸਤਿਗੁਰੂ ਨੇ? ਕਹਿਣ ਲੱਗੇ ਭਾਈ ਸੱਪ ਦੇ ਜ਼ਹਿਰ ਦੇ ਨਾਲ ਜਿੱਥੇ ਸਰੀਰਕ ਮੌਤ ਹੁੰਦੀ ਹੈ, ਉੱਥੇ ਗੱਲ ਇਹ ਵੀ ਚੇਤੇ ਰੱਖੀ, ਪਰ ਇਸਤਰੀ ਗਮਨ ਇੱਕ ਜ਼ਹਿਰ ਹੈ, ਅਤੇ ਇਹ ਜ਼ਹਿਰ ਜਿਹੜਾ ਵਿਕਾਰਾਂ ਦਾ ਜ਼ਹਿਰ ਹੈ, ਇਹਨੇ ਤੇਰੀ ਆਤਮਿਕ ਜੀਵਨ ਨੂੰ ਖਤਮ ਕਰਨਾ ਹੈ। ਸੱਪ ਦੇ ਜ਼ਹਿਰ ਨੇ ਤੇਰੇ ਸਰੀਰ ਜਿਹੜਾ ਹੈ ਉਹਨੂੰ ਖਤਮ ਕਰ ਦੇਣਾ। ਮੌਤ ਆਵੇਗੀ, ਸਰੀਰਕ ਮੌਤ ਆਵੇਗੀ ਜਦੋਂ ਪਰ ਇਸਤਰੀ ਗਮਨ ਕਰੇਗਾ, ਪਰ ਰੂਪ ਤੱਕੇਗਾ, ਅਤੇ ਇਹ ਵੀ ਸੱਪ ਦੇ ਜ਼ਹਿਰ ਤੋਂ ਘੱਟ ਇਹ ਵੀ ਨਹੀਂ। ਇਹਨੇ ਫਿਰ ਤੇਰਾ ਆਤਮਿਕ ਜੀਵਨ ਜਿਹੜਾ ਹੈ ਉਹਨੂੰ ਇਹਨੇ ਨਸ਼ਟ ਕਰਨਾ ਹੈ। ਅੱਗੇ ਹੁਣ ਸਤਿਗੁਰੂ ਕਹਿੰਦੇ ਬੈਰੀ ਕਾਰਨ ਪਾਪ ਕਰਤਾ ਬਹਤਰ ਹੀ ਆਮਾਨਾ, ਛੋੜ ਜਾਹੇ ਤਿਨ ਹੀ ਸਿਉ ਸੰਗੀ, ਸਾਜਨ ਸਿਉ ਬੈਰਾਨਾ। ਹੁਣ ਅੱਗੇ ਸਤਿਗੁਰੂ ਕਹਿਣ ਲੱਗੇ ਵੀ ਭਲਿਆ ਐ ਅੰਨੇ ਮਨੁੱਖ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ। ਕਹਿੰਦੇ ਅੰਨਿਆ ਸੁਣ, ਐ ਮੂਰਖ ਮਨੁੱਖ, ਅੰਤ ਵੈਰ ਕਮਾਉਣ ਵਾਲੀ ਮਾਇਆ ਦੀ ਖਾਤਰ ਤੂੰ ਅਨੇਕਾਂ ਪਾਪ ਕਰਮ ਕੋਨਾ। ਬੈਰੀ ਕਾਰਨ ਪਾਪ ਕਰਤਾ। ਹੁਣ ਇੱਕ ਪਾਸੇ ਸਤਿਗੁਰੂ ਇਹ ਸਮਝਾਉਂਦੇ ਕਿ ਤੂੰ ਧੀਆਂ ਪੁੱਤਰਾਂ ਨਾਲ ਪਿਆਰ ਪਾ ਕੇ ਪਾਪ ਕਰਨਾ ਹੈ, ਅਤੇ ਕਾਹਦੇ ਕਰਕੇ? ਵੈਰੀ ਕੀ ਹੈ? ਸਾਡੀ ਮਾਇਆ ਸਾਡੀ ਵੈਰਨ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਭਗਤਨ ਕੀ ਵੈਰਨ, ਤਿੰਨ ਲੋਕ ਕੀ ਪਿਆਰੀ। ਭਗਤਾਂ ਦੀ ਵੈਰਨ ਆ ਅਤੇ ਤਿੰਨਾਂ ਲੋਕਾਂ ਦੀ ਉਹ ਪਿਆਰੀ ਆ। ਤਿੰਨੇ ਲੋਕ ਉਹਨੂੰ ਪਿਆਰ ਕਰਦੇ ਆ। ਪਰ ਸਤਿਗੁਰੂ ਕਹਿੰਦੇ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ। ਕਹਿੰਦੇ ਹੇ ਅੰਨੇ ਮਨੁੱਖ, ਅੰਤ ਵੈਰ ਕਮਾਉਣ ਵਾਲੀ ਮਾਇਆ ਦੀ ਖਾਤਰ ਤੂੰ ਅਨੇਕਾਂ ਪਾਪ ਕਰਮ ਕਮਾਉਣਾ ਹੈ, ਅਨੇਕਾਂ ਤਰ੍ਹਾਂ ਦੇ ਪਾਪ ਕਰਮ ਕਰਦਾ ਹੈ। ਪਰ ਸਤਿਗੁਰੂ ਕਹਿੰਦੇ ਗੱਲ ਚੇਤੇ ਰੱਖ, ਅਸਲ ਚੀਜ਼ ਜਿਹੜੀ ਹੈ ਨਾ, ਬਸਤ ਰਹੀ ਆਮਾਨਾ। ਕਹਿੰਦੇ ਜਿਹੜੀ ਅਸਲ ਚੀਜ਼ ਜੋ ਸਦੀਵ ਤੇਰੇ ਨਾਲ ਨਿਭਣੀ ਹੈ, ਉਹ ਬਸਤ ਰਹੀ ਆਮਾਨਾ, ਉਹ ਲਾਂਭੇ ਰੱਖੀ ਹੋਈ ਹੈ, ਤੂੰ ਪਾਸੇ ਪਈ ਹੈ। ਭਾਵ ਕਿ ਉਹ ਨਾਮ ਨੂੰ ਕਦੇ ਤੂੰ ਚੇਤੇ ਨਹੀਂ ਕਰਦਾ ਜਿਸ ਪਰਮਾਤਮਾ ਦੇ ਨਾਮ ਨੇ ਸਦੀਵ ਤੇਰੇ ਨਾਲ ਨਿਭਣਾ ਹੈ। ਅਤੇ ਜਿਹੜੀ ਤੇਰੀ ਵੈਰਨ ਹੈ, ਤੇਰੇ ਅੰਦਰ ਵਕਾਰ ਪੈਦਾ ਕਰਨ ਵਾਲੀ, ਉਹ ਜਿਹੜੀ ਤੇਰੀ ਵੈਰਨ ਮਾਇਆ, ਉਹਦੇ ਨਾਲ ਤੂੰ ਪਿਆਰ ਕਰਦਾ ਹੈ, ਉਹਦੇ ਖਾਤਰ ਤੂੰ ਅਨੇਕਾਂ ਪਾਪ ਕਰਮ ਵੀ ਕਮਾਉਣਾ ਹੈ। ਅੱਗੇ ਛੋੜ ਜਾਹੇ ਤਿਨ ਹੀ ਸਿਉ ਸੰਗੀ। ਸਤਿਗੁਰੂ ਕਹਿਣ ਲੱਗੇ ਚੇਤੇ ਰੱਖੀ, ਸਾਜਨ ਸਿਉ ਬੈਰਾਨਾ, ਜਿਨ੍ਹਾਂ ਨੂੰ ਤੂੰ ਆਖਰ ਛੱਡ ਕੇ ਜਾਏਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ। ਛੋੜ ਜਾਹੇ ਤਿੰਨ ਹੀ ਸਿਉ ਸੰਗੀ, ਜਿਨ੍ਹਾਂ ਨੂੰ ਤੂੰ ਇਸ ਮਾਤ ਲੋਕ ਵਿੱਚ ਛੱਡ ਕੇ ਚਲੇ ਜਾਣਾ ਹੈ, ਜਾਂ ਜਿਨ੍ਹਾਂ ਨੇ ਤੈਨੂੰ ਛੱਡ ਕੇ ਚਲੇ ਜਾਣਾ ਹੈ। ਸਤਿਗੁਰੂ ਕਹਿੰਦੇ ਤੂੰ ਉਹਨਾਂ ਨਾਲ ਬਣਾਇਆ ਹੋਇਆ ਪਿਆਰ, ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ। ਪਰ ਸਤਿਗੁਰੂ ਕਹਿੰਦੇ ਹੈ ਮੇਰੇ ਮਿੱਤਰਾ, ਸਾਜਨ ਸਿਉ ਬੈਰਾਨਾ, ਪ੍ਰਭੂ ਨਾਲ ਤੂੰ ਵੈਰ ਬਣਾਇਆ ਹੋਇਆ ਹੈ।
ਜਿਹਨੇ ਸਦੀਵ ਤੇਰੇ ਨਾਲ ਰਹਿਣਾ ਨਾ। ਸਾਜਨ ਸਿਉ ਬੈਰਾਨਾ ਬੈਰਾਨਾ ਵੈਰ ਪਾ ਲਿਆ ਤੂੰ। ਉਹ ਜਿਹੜਾ ਤੇਰਾ ਮਿੱਤਰ ਪ੍ਰਮਾਤਮਾ ਸੀ, ਉਸ ਪ੍ਰਮਾਤਮਾ ਦੇ ਨਾਲ ਤੂੰ ਮਿੱਤਰਾ ਵੈਰ ਬਣਾਈ ਬੈਠਾ ਹੈ, ਜਿਹਨੇ ਤੇਰੇ ਨਾਲ ਸਦੀਵ ਨਿਭਣਾ ਹੈ। ਅਤੇ ਗੱਲ ਚੇਤੇ ਰੱਖੀ, ਜਿਨ੍ਹਾਂ ਨੇ ਤੈਨੂੰ ਛੱਡ ਕੇ ਜਾਣਾ, ਪਿਆਰ ਤੂੰ ਉਹਨਾਂ ਨਾਲ ਪਾਇਆ ਹੋਇਆ। ਸਗਲ ਸੰਸਾਰ ਇਹ ਬਿਦ ਵਿਆਪਿਆ, ਸੋ ਉਭਰਿਓ ਜਿਸ ਗੁਰ ਪੂਰਾ। ਕਹੋ ਨਾਨਕ ਭਵ ਸਾਗਰ ਤਰਿਓ, ਭਏ ਪਨੀਤ ਸਰੀਰਾ। ਕਹਿੰਦੇ ਹੇ ਨਾਨਕ ਆਖ ਕਿ ਭਾਈ ਜਿਹੜਾ ਸਾਰਾ ਸੰਸਾਰ ਹੈ ਨਾ, ਇਹ ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ। ਸਾਰਾ ਸੰਸਾਰ, ਸਗਲ ਸੰਸਾਰ ਇਹ ਬਿਦ ਦੇ ਅਰਥ ਜਿਹੜਾ ਉੱਤੇ ਢੰਗ ਸਤਿਗੁਰੂ ਦੱਸ ਕੇ ਆਏ ਆ ਕਿ ਭਾਈ ਤੂੰ ਪਰਮਾਤਮਾ ਨੂੰ ਭੁੱਲ ਕੇ ਅਤੇ ਜਿਹੜੀ ਤੇਰੀ ਮਾਇਆ ਵੈਰ ਨਾ, ਉਹਦੇ ਨਾਲ ਉਹਨੂੰ ਕਮਾਉਣ ਦੀ ਖਾਤਰ, ਉਹਨੂੰ ਲਿਆਉਣ ਦੀ ਖਾਤਰ ਤੂੰ ਅਨੇਕਾਂ ਪਾਪ ਕਰਮ ਕਮਾਉਣਾ। ਅਤੇ ਇਸੇ ਤਰ੍ਹਾਂ ਸਗਲ ਸੰਸਾਰ ਇਹ ਬਿਦ ਵਿਆਪਿਓ। ਸਤਿਗੁਰੂ ਕਹਿੰਦੇ ਭਾਈ ਆਹ ਸਾਰਾ ਜਗਤ, ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ। ਹੁਣ ਇਹਦੇ ਵਿੱਚੋਂ ਬਚਦਾ ਕਿਹੜਾ ਹੈ? ਅਕਸਰਤਾ 'ਚੋਂ ਬਚਦਾ ਸੋ ਉਭਰਿਓ। ਕੌਣ ਉਭਰਿਆ, ਕੌਣ ਬਚਿਆ? ਜਿਸ ਗੁਰ ਪੂਰਾ, ਜਿਹਦਾ ਸਤਿਗੁਰੂ ਪੂਰਾ ਹੈ, ਉਹ ਭਾਈ ਇਸ ਤੋਂ ਬਚ ਜਾਂਦਾ ਹੈ। ਉਹ ਇਸ ਦੇ ਮੋਹ 'ਚੋਂ ਨਿਕਲ ਜਾਂਦਾ ਹੈ, ਬਚ ਜਾਂਦਾ ਹੈ। ਜਿਹਦਾ ਰਾਖਾ ਪੂਰਾ ਗੁਰੂ ਬਣ ਜਾਵੇ, ਜਿਹਦੇ ਸਿਰ ਦੇ ਉੱਤੇ ਸਤਿਗੁਰੂ ਆਪ ਮਿਹਰ ਭਰਿਆ ਹੱਥ ਰੱਖ ਦੇਣ, ਉਹ ਇਸ ਮਾਇਆ ਦੇ ਮੋਹ ਤੋਂ ਬਚਦਾ ਹੈ। ਅਤੇ ਅੱਗੇ ਸਤਿਗੁਰੂ ਕਹਿੰਦੇ ਫਿਰ ਉਹੀ ਮਨੁੱਖ, ਕਹੋ ਨਾਨਕ ਭਵ ਸਾਗਰ ਤਰਿਓ, ਭਏ ਪਨੀਤ ਸਰੀਰਾ। ਕਹਿੰਦੇ ਜਿਹਦਾ ਗੁਰੂ ਪੂਰਾ ਹੈ, ਉਹ ਮਾਇਆ ਦੇ ਮੋਹ ਤੋਂ ਬਚ ਕੇ ਨਿਕਲ ਗਿਆ। ਜਿਹਦਾ ਗੁਰੂ ਪੂਰਾ ਹੈ, ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਭਾਈ ਜਿਹਦਾ ਗੁਰੂ ਪੂਰਾ ਨਾ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ। ਜਿਹਦਾ ਗੁਰੂ ਪੂਰਾ ਹੈ, ਉਹ ਵਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ। ਫਿਰ ਧਿਆਨ ਨਾਲ ਸੁਣਿਓ, ਇਸ ਕਰਕੇ ਸਤਿਗੁਰੂ ਦੀ ਅਹਿਮੀਅਤ ਹੈ। ਸਾਡੀ ਜ਼ਿੰਦਗੀ ਵਿੱਚ ਸਤਿਗੁਰੂ ਦੀ ਅਹਿਮੀਅਤ ਹੈ। ਇਸ ਕਰਕੇ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਤੋਂ ਉੱਪਰ ਕੋਈ ਗੁਰੂ ਹੋ ਨਹੀਂ ਸਕਦਾ। ਤਾਂ ਸਤਿਗੁਰੂ ਕਹਿਣ ਲੱਗੇ ਭਾਈ ਇਹ ਜਿਹੜਾ ਸਾਰਾ ਸੰਸਾਰ ਹੈ, ਇਹ ਮਾਇਆ ਦੇ ਜਾਲ ਵਿੱਚ ਫਸਿਆ। ਇਹਦੇ ਵਿੱਚੋਂ ਬਚ ਕੇ ਨਿਕਲਦਾ ਹੈ ਉਹ ਜਿਹਦਾ ਰਾਖਾ ਪੂਰਾ ਸਤਿਗੁਰੂ ਬਣ ਜਾਣ। ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਜਿਹਦਾ ਗੁਰੂ ਪੂਰਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ। ਜਿਹਦਾ ਗੁਰੂ ਪੂਰਾ ਹੈ, ਉਹ ਵਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ। ਆਸਾ ਮਹੱਲਾ ਪੰਜਵਾਂ। ਦੋ ਪਦੇ ਲੋਕ ਕਮਾਨੋ ਸੋਈ ਤੁਮ ਪੇਖਿਓ, ਮੂੜ ਮੁਗਧ ਮੁਕਰਾਨੇ ਆਪ ਕਮਾਨੇ ਕੌਲੇ ਬੰਦੇ, ਫਿਰ ਪਾਛਾਏ ਪੁਛਤਾਨੀ ਪ੍ਰਭ ਮੇਰੇ ਸਭ ਵਿਦ ਆਗੈ ਜਾਨੀ, ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ, ਪਾਛੇ ਜੀ ਕੀ ਮਾਨੀ ਰਹਾਉ। ਹੁਣ ਅੱਗੇ ਸਤਿਗੁਰੂ ਨੇ ਕਿਰਪਾ ਕੀਤੀ, ਅਗਲੇ ਪਾਵਨ ਸ਼ਬਦ ਅੰਦਰ ਸਤਿਗੁਰੂ ਸਮਝਾਉਂਦੇ ਨੇ, ਪ੍ਰਭ ਮੇਰੇ ਸਭ ਵਿਦ ਆਗੈ ਜਾਨੀ, ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ, ਪਾਛੇ ਜੀ ਕੀ ਮਾਨੀ। ਕਹਿੰਦੇ ਹੇ ਮੂਰਖ ਮਨੁੱਖ, ਤੂੰ ਇਸ ਭੁਲੇਖੇ ਵਿੱਚ ਹੈ ਕਿ ਤੇਰੀਆਂ ਕਾਲੀਆਂ ਕਰਤੂਤਾਂ ਮੰਦ ਕਰਮਾਂ ਨੂੰ ਕੋਈ ਵੇਖਦਾ ਨਹੀਂ ਪਿਆ। ਤੈਨੂੰ ਇਸ ਗੱਲ ਦਾ ਵੱਡਾ ਭੁਲੇਖਾ ਹੈ ਕਿ ਤੇਰੇ ਜਿਹੜੇ ਮੰਦ ਕਰਮ ਹੈ,
ਤੇਰੀਆਂ ਕਾਲੀਆਂ ਕਰਤੂਤਾਂ ਨੂੰ ਪ੍ਰਮਾਤਮਾ ਨਹੀਂ ਜਾਣਦਾ। ਪਰ ਸਤਿਗੁਰੂ ਕਹਿੰਦੇ ਜਿਹੜਾ ਮੇਰਾ ਮਾਲਕ ਆ ਨਾ, ਉਹ ਪ੍ਰਭੂ ਤਾਂ ਤੇਰੀ ਹਰੇਕ ਕਰਤੂਤ ਨੂੰ, ਹਰੇਕ ਤੇਰੇ ਕੀਤੇ ਹੋਏ ਚੰਗੇ ਤੇ ਮੰਦੇ ਕਰਮ ਨੂੰ ਸਭ ਤੋਂ ਪਹਿਲਾਂ ਜਾਣ ਲੈਂਦਾ ਹੈ। ਇੱਥੋਂ ਤੱਕ ਕਿ ਜਿਹੜੀਆਂ ਤੇਰੇ ਮਨ ਦੇ ਵਿੱਚ ਗੱਲ ਹਜੇ ਹਿਰਦੇ 'ਚ ਹੈ, ਜ਼ਬਾਨ 'ਤੇ ਨਹੀਂ ਆਈ, ਅੰਦਰ ਤੇਰੇ ਫੁਰਨਾ ਹੈ, ਜ਼ਬਾਨ 'ਤੇ ਆ ਕੇ ਸ਼ਬਦ ਨਹੀਂ ਬਣਿਆ, ਕੇਵਲ ਤੇਰੇ ਅੰਦਰ ਫੁਰਨਾ ਬਣਿਆ, ਉਹ ਪ੍ਰਮਾਤਮਾ ਅੰਤਰਜਾਮੀ ਆ। ਚੇਤੇ ਰੱਖੀ, ਉਹਨੂੰ ਵੀ ਉਹ ਜਾਣਦਾ ਹੈ। ਭਰਮ ਕੇ ਮੂਸੇ ਤੂੰ ਰਾਖਤ ਪਰਦਾ, ਬੜੇ ਪੜਦੇ ਪਾਉਣਾ ਨਾ ਤੂੰ, ਪਰ ਨਹੀਂ, ਉਸ ਦਾਤੇ ਦੇ ਘਰ ਦੇ ਅੰਦਰ ਕੋਈ ਪਰਦਾ ਨਹੀਂ ਉਹ ਤੇਰਾ ਰਹਿਣਾ। ਉਹ ਅੰਤਰਜਾਮੀ ਹੈ। ਪ੍ਰਭ ਮੇਰੇ ਸਭ ਆਗੇ ਜਾਣੀ, ਉਹ ਸਭ ਕੁਝ ਜਾਣਦਾ ਹੈ, ਉਹਨੂੰ ਪਤਾ ਹੈ। ਸਤਿਗੁਰੂ ਕਹਿੰਦੇ ਇਹ ਭੁਲੇਖੇ ਵਿੱਚ ਆਤਮਿਕ ਜੀਵਨ ਲੁਟਾ ਰਿਹਾ ਤੂੰ, ਭਰਮ ਕੇ ਮੂਸੇ, ਭੁਲੇਖੇ ਵਿੱਚ ਫਸਿਆ, ਭਟਕਣਾ ਵਿੱਚ ਤੇ ਆਤਮਿਕ ਜੀਵਨ ਲੁਟਾ ਰਿਹਾ ਹੈ ਤੂੰ। ਪ੍ਰਮਾਤਮਾ ਬਸ ਉਹਲਾ ਰੱਖਦਾ, ਲੋਕ ਕੇ ਮਨ ਮੰਨੀਆਂ ਕਰਦਾ, ਪਰ ਚੇਤੇ ਰੱਖੀ ਉਸ ਪਰਮਾਤਮਾ ਤੂੰ ਉਹਲਾ ਨਹੀਂ ਰੱਖ ਸਕਦਾ। ਉਸ ਪਰਮਾਤਮਾ ਤੂੰ ਪਰਦਾ ਨਹੀਂ ਰੱਖ ਸਕਦਾ। ਅੱਗੇ ਸਤਿਗੁਰੂ ਕਹਿਣ ਲੱਗੇ, ਲੂਕ ਕਮਾਨੋ ਸੋਈ ਤੁਮ ਵੇਖਿਓ, ਮੂੜ ਮੁਗਧ ਮਕਰਾਨੀ, ਆਪ ਕਮਾਨੇ ਕੌਲੇ ਬੰਦੇ, ਫਿਰ ਪਾਛੇ ਪੁਛਤਾਨੀ। ਕਹਿੰਦੇ ਦੇਖ ਹੇ ਪ੍ਰਭੂ, ਜਿਹੜਾ ਮੰਦ ਕੰਮ ਮਨੁੱਖ ਲੋਕੇ ਵੀ ਕਰਦੇ ਹਨ, ਲੂਕ ਕਮਾਨੇ ਸੋਈ ਤੁਮ ਵੇਖਿਓ। ਅੱਗੇ ਹੁਣ ਸਤਿਗੁਰੂ ਕਹਿੰਦੇ ਹੇ ਮੇਰੇ ਦਾਤਾ ਜੀ, ਤੁਸੀਂ ਅੰਤਰਜਾਮੀ ਹੋ, ਤੇ ਆ ਜਿਹੜੇ ਜੀਵਨ ਆ ਮੰਦ ਕਰਮ ਮਨੁੱਖ ਕਰਦੇ ਨੇ, ਲੁਕ ਕੇ ਕਰਮ ਕਰਦੇ, ਤੂੰ ਵੇਖ ਲੈਣਾ। ਪਰ ਮੂਰਖ ਬੇਸਮਝ ਮਨੁੱਖ ਫਿਰ ਵੀ ਮੁੱਕਰਦੇ ਨੇ, ਫਿਰ ਮੁੱਕਰ ਜਾਂਦੇ, ਮੁੱਕਰਦੇ ਆ ਫਿਰ ਵੀ। ਲੂਕ ਕਮਾਨੋ ਸੋਈ ਤੁਮ ਵੇਖਿਓ, ਮੂੜ ਮੁਗਧ ਮੁਕਰਾਨੀ। ਇਹ ਮੂੜ, ਇਹ ਮੁਗਧ, ਇਹ ਮੂਰਖ ਮਨੁੱਖ ਫਿਰ ਵੀ ਮੁੱਕਰਨ ਦੀ ਕੋਸ਼ਿਸ਼ ਕਰਦਾ, ਪਰ ਦਾਤਾ ਤੂੰ ਅੰਤਰਜਾਮੀ ਆ। ਜਿਹੜਾ ਕੰਮ ਮਨੁੱਖ ਲੁਕ ਕੇ ਕਰਦਾ ਨਾ, ਕਰ ਦਿੰਦਾ, ਪੜਦੇ ਰੱਖਦਾ, ਪਰ ਤੇਰੇ ਤੋਂ ਪੜਦਾ ਨਹੀਂ ਰੱਖ ਸਕਦਾ, ਕਿਉਂਕਿ ਤੂੰ ਵੇਖਦਾ ਹੈ, ਤੂੰ ਹਰ ਸਮੇਂ ਨਾਲ ਹੈ, ਤੂੰ ਵੇਖਦਾ ਹੈ। ਪਰ ਮੂਰਖ ਬੇਸਮਝ ਮਨੁੱਖ ਫਿਰ ਵੀ ਤੇਰੇ ਤੋਂ ਮੁੱਕਰਨ ਦੀ ਕੋਸ਼ਿਸ਼ ਕਰਦਾ ਹੈ। ਅੱਗੇ ਕਹਿੰਦੇ ਆਪ ਕਮਾਨੇ ਕੌਲੇ ਬੰਦੇ, ਫਿਰ ਪਾਛੇ ਪੁਛਤਾਨੀ। ਆਪ ਕਮਾਨੇ ਕਹਿੰਦੇ ਦੇਖ, ਆਪਣੇ ਕੀਤੇ ਹੋਏ ਮੰਦ ਕਰਮਾਂ ਦੇ ਕਾਰਨ ਮੰਦ ਕਰਮੀ ਮਨੁੱਖ ਫੜੇ ਜਾਂਦੇ ਨੇ, ਤੇ ਦਾਤਾ ਤੇਰੀ ਹਜ਼ੂਰੀ ਵਿੱਚ ਉਹ ਵਕਾਰ ਉਗੜਨ ਤੇ ਫਿਰ ਪਿੱਛੋਂ ਪਛਤਾਉਂਦੇ ਨੇ। ਕਹਿੰਦੇ ਭਾਈ, ਅੰਦਰ ਕਮਾਣਾ ਸਰ ਪਰ ਉਗੜੇ, ਭਾਵੇਂ ਭੈ ਬੈ ਕੋਈ ਧਰਤੀ ਵਿੱਚ ਕਮਾਈ। ਗੱਲ ਮੁੱਕ ਗਈ। ਕਹਿੰਦੇ ਬੇਸ਼ੱਕ ਕੋਈ ਕਿੰਨੇ ਮਰਜ਼ੀ ਪਰਦੇ ਰੱਖ ਕੇ ਮੰਦ ਕਰਮ ਕਮਾਵੇ, ਉਹ ਇੱਕ ਨਾ ਇੱਕ ਦਿਨ ਸਾਹਮਣੇ ਆਉਣੇ ਹੀ, ਤੇ ਦਾਤਾ ਤੈਥੋਂ ਕਿਵੇਂ ਕੋਈ ਲੁਕਾ ਸਕਦਾ। ਹੱਟ ਪੱਟਣ ਵਿੱਚ ਮੰਤਰ ਭੰਨੇ, ਕਰ ਚੋਰੀ ਕਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛਿਪਾਵੇ। ਦਾਤਾ ਤੇਰੇ ਤੋਂ ਕਿਵੇਂ ਛਿਪਾ ਲੂ, ਦੁਨੀਆ ਤੋਂ ਛਿਪਾ ਲੇਗਾ। ਲੋਕਾਂ ਨੂੰ ਭੁਲੇਖਾ ਦੇ ਸਕਦਾ, ਤੇਥੋਂ ਭੁਲੇਖਾ ਨਹੀਂ, ਤੈਨੂੰ ਭੁਲੇਖਾ ਕਿਵੇਂ ਦੇ ਦੂ। ਇਸ ਕਰਕੇ ਆਪ ਕਮਾਨੇ ਕੌਲੇ ਬੰਦੇ, ਫਿਰ ਪਾਛੇ ਪੁਛਤਾਨੀ। ਕਹਿੰਦੇ ਫਿਰ ਆਪਣੇ ਕੀਤੇ ਮੰਦ ਕਰਮ ਜਿਹੜੇ ਆ ਨਾ, ਉਹਨਾਂ ਕਰਕੇ ਫਿਰ ਇਹ ਵੱਧ ਜਾਂਦਾ ਹੈ ਵਕਾਰ, ਤੇ ਜਦੋਂ ਉਗੜਦੇ ਨੇ ਫਿਰ ਇਹਨੂੰ ਪਛਤਾਵਾ ਹੁੰਦਾ ਹੈ, ਫਿਰ ਪਛਤਾਉਂਦਾ ਹੈ। ਅੱਗੇ ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਤਿਗੁਰੂ ਸਮਝਾਉਣ ਲੱਗੇ, ਕਹਿਣ ਲੱਗੇ ਭਾਈ ਦੇਖ, ਜਿਤ ਜਿਤ ਲਾਏ ਤਿਤ ਤ ਲਾਗੇ, ਕਿਆ ਕੋ ਕਰੇ ਪ੍ਰਾਨੀ, ਬਖਸ਼ ਲਿਹੋ ਪਾਰ ਬ੍ਰਹਮ ਸੁਆਮੀ, ਨਾਨਕ ਸਦ ਕੁਰਬਾਨੀ। ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਕਿਰਪਾ ਕੀਤੀ,
सतगुरु कहते भाई जित जित लाए तित तित लग गए, क्या को करे प्राणे बख्श लिहो पार ब्रह्म स्वामी नानक सद कुर्बानी। कहते भाई आ जीवां दे वस की गल नहीं। सतगुरु कहते पर जीवां दे की वस है। भाई जीवां दे वस नहीं। जिस जिस पासे परमात्मा साडे कीते हुए प्रारब्ध कर्मां दे अनुसार सानू लाउंदा है, जीवां नू लाउंदा है, उधर उधर वो विचारे जिहड़े जीवा वो लग जाते हैं। भाव के साडे कीते प्रारब्ध कर्म, उन्हां प्रारब्ध कर्मां दे अनुसार वो अकाल पुरख परमात्मा जिहड़े जिहड़े पासे जीवां नू लाउंदा है उधर उधर वो विचारे लग जाते हैं। सतगुरु कहते कोई जीव परमात्मा की प्रेरणा दे अगे, उस दाते दे भाणे दे अगे, उस दाते दे हुक्म दे अगे कोई हील हुज्जत नहीं कर सकता। भाव के कुछ नहीं। जित जित लाए तित तित लागे, क्या को करे प्राणी। असी की कर सकते हैं, उहदे हुक्म दे अनुसार होना है। तो अखीर विच सतगुरु कहते पर इक्को बेनती करया करिए, बख्श लिहो पार ब्रह्म स्वामी नानक सद कुर्बानी। हे नानक आख हे परमात्मा तू कृपा करे, हे मेरे दाता, हे जीवां दे मालक, तुसी आप जीवां उत्ते बख्शिश कर, तुसी आप कृपा करो, तुसी आप बख्शिश करके बख्शना करो, वकारां तो बचाउणा करो। नानक सद कुर्बानी। ते हे मेरे दाता मैं सदैव आप जी तो कुर्बान जाता हाँ, मैं सदैव आप जी तो बलिहारे जाता हाँ। आसा महला पंजवा। अपने सेवक की आपे राखै, आपे नाम जपावे, जय जय काज कृत सेवक की, तहाँ तहाँ उठतावे। सेवक का निकटी हुए दिखावे, जो जो कहे ठाकुर पाए सेवक, तत्काल हुए आवे। अगे हुण सतगुरु जी ने कृपा की, समझाउणा कीता भाई जिहड़े उस अकाल पुरख परमात्मा दे सेवक ने, उहदे ते भरोसा रखण वाले, बंदगी सिमरन करन वाले, उन्हां बारे सतगुरु कहंदे भाई सेवक कहो निकटी हुए दिखावै, जो जो कहे ठाकुर पह सेवक, तत्काल होया। कहंदे भाई परमात्मा अपने सेवक नूं ਉਹਦਾ ਨਿਕਟ ਵਰਤੀ, ਨਿਕਟੀ ਨੇੜੇ ਹੋ ਕੇ ਵਰਤਣਾ। ਕਹਿੰਦੇ ਨੇੜੇ ਹੋ ਕੇ ਵਰਤਦਾ ਉਹਦੇ ਨਾਲ। ਨਿਕਟ ਵਰਤੀ ਜਿਹਨੂੰ ਕਹਿੰਦੇ ਨੇ ਆਪਾਂ ਸ਼ਬਦ ਵਰਤਦੇ ਨੇ, ਬਹੁਤ ਨਿਕਟ ਵਰਤੀ ਹੈ ਮੇਰਾ, ਵੀ ਸੰਬੰਧੀ ਬਹੁਤ ਨੇੜੇ ਦਾ ਬੰਦਾ ਮੇਰਾ ਹੈ। ਕਹਿੰਦੇ ਰੱਬ ਨਾਲੋਂ ਨੇੜੇ ਕੋਈ ਨਹੀਂਗਾ। ਅਤੇ ਜਿਹਦੇ ਨੇੜੇ ਰੱਬ ਹੋ ਜਾਵੇ ਨਾ, ਸਤਿਗੁਰੂ ਕਹਿੰਦੇ ਫਿਰ ਘਾਟਾ ਹੀ ਕਾਹਦਾ ਉਹਨੂੰ, ਨਿਕਟੀ ਹੋਏ ਦਿਖਾਵੇ। कहते भाई जह जह काज कृत सेवक की, तहाँ तहाँ उठतावे, सेवक को निकटी हुए दिखावे, जो जो कहे ठाकुर पह सेवक। कहते फिर जो परमात्मा नेड़े हो के वरतदा ना जी, असी कह दें ना कई बारी भी रब ने नेड़े हो के सुनी है इस बंदे की, तो भाई इस बंदे की नेड़े हो के सुनी है। सतगुरु कहते सेवक को निकटी हुए दिखावे। भाई परमात्मा अपने सेवक नूं उहदा निकट वरती हो के विखा दिंदा है। परमात्मा अपने सेवक नूं विखा दिंदा कि मैं हर वेले तेरे अंग संग हाँ, कि हर वेले मैं तेरे नाल है। क्यों? कहंदे जो कुछ सेवक परमात्मा पासों मंगदा है, नानक दास मुख ते जो बोलै, इहा उहा सच होवे। तो फिर जदों जो जो कहे ठाकुर पै सेवक, तत्काल होए आवे। कहंदे फिर परमात्मा कह दिंदा भी भाई मैं तेरे अंग संग हाँ। जो कुछ सेवक उस अकाल पुरख परमात्मा दे पासों मंगदा है, सतगुरु कहंदे वो मंग उस वेले उहदी तत्काल उस समय
झटपट दे विच ओहदी मंग जिहड़ी पूर्ण हो जाती है। अपने सेवक की आपे राखै आपे नाम जपावे, जय जय काज किरत सेवक की तहाँ तहाँ उठतावे। हे भाई परमात्मा अपने सेवक की आप ही हर थां ते इज्जत पत रखता है, आप ही उस पासों अपने नाम का सिमरन कराउंदा है। अपने सेवक की आपे राखे आपे नाम जपावे, ते आप ही कृपा करदा अपने सेवक तो नाम भी सिमरन भी आप कराउंदा है। ते अगे सतगुरु कहते जय जय काज किरत सेवक की, कहते भाई हुण फिर जिथे जिथे सेवक उस परमात्मा का जिहड़ा सेवक है, हुण सेवक नूं जिथे जिथे कोई काम कार पवे उत्थे उत्थे परमात्मा उसका काम संवारन लई उसे वेले पहुँच जाता है, उसे वेले भाव के हाजिर हो जाता है। जिथे जिथे भी उहदे सेवक नूं कोई काम कार पवे ते सतगुरु कहंदे वो परमात्मा उहदा काम संवारन लई उसे वेले आप कृपा करके उत्थे हाजिर हो जाता है। अगे सतगुरु अखीरलियां पावन पंक्तियां सतगुरु जी कृपा करके समझाउण लगे। तिस सेवक कहे हों बलिहारी, जो अपने प्रभ भावे, तिस की सोए सुनी मन हरिया, तिस नानक परसन आवाए। सतगुरु कहते हे नानक तिस सेवक कह हों बलिहारी, जो अपने प्रभ भावे, तिस की सोए सुनी मन हरिया, तिस नानक परसन आवे। सतगुरु कहते हे नानक आख भी जेड़ा सेवक अपने परमात्मा नूं प्यारा लगता है, जिहड़ा सेवक भगत जन अपने अकाल पुरख परमात्मा नूं प्यारा लगता है, मैं उहदे तो कुरबान जांदा हाँ, मैं उहदे तो बलिहारी। तिस सेवक हों बलिहारी, जो अपने प्रभ भावे, जिहड़ा सेवक अपने परमात्मा नूं भा जांदा जी, चंगा लगदा है। सतगुरु कहन लगे मैं उहदे तो कुरबान जांदा हाँ, मैं उहदे तो वारे जांदा हाँ। ते उस सेवक दी शोभा सुन के ते सुनन वाले दा मन फिर खिड़ आउंदा है। तिस की सोए सुनी मन हरिया, उस भगत दी सेवक दी जदों शोभा सुनी वडियाई सुनी ते सुनन वाले दा मन भी विकास विच आ जांदा है, सुनन वाले दा मन भी सतगुरु कहंदे खिड़ आउंदा है। तिस नानक परसन आवे, आत्मक जीवन नाल भरपूर हो जाता है, ते उस सेवक दे चरण तिस नानक परसन आवे। कहंदे वो फिर मनुख जिहड़ा उस भगत जन की शोभा सुनदा है, उहदा अपना हिरदा खिड़ आउंदा है, आत्मक जीवन नाल भरपूर हो जाता है। फिर वो सेवक जन उस सेवक दी नाम जपण वाले दे नानक परसन आवे, उहदे चरण छूण लई आउंदा, भाव उहदे चरनां नूं नतमस्तक होण लई आउंदा है जी। बोलना जी सतनाम श्री वाहिगुरु साहिब जी।